इन्हां ਦੀਆਂ ਆਪਣੀਆਂ ਢਿੱਡ ਦੀਆਂ ਜੰਮੀਆਂ ਧੀਆਂ ਨੇ ਨਹੀਂ ਬਾਤ ਪੁੱਛੀ। ਉਹਨਾਂ ਦੇ ਬੂਹੇ ਦੇ ਅੱਗੇ ਬੈਠ ਗਈਆਂ ਮੰਜੇ ਢਾਹ ਕੇ, ਪਰ ਉਹਨਾਂ ਨੇ ਨਹੀਂ ਇੱਕ ਵਾਰੀ ਵੀ ਬਾਹਰੋਂ ਨਿਕਲ ਕੇ ਪੁੱਛਿਆ ਕਿ ਮਾਂ ਕਿਸੇ ਚੀਜ਼ ਦੀ ਲੋੜ ਆ। ਉਹੀ ਧੀਆਂ ਨੇ ਜਿਨ੍ਹਾਂ ਨੂੰ ਮਾਂ ਨੇ ਪੜ੍ਹਾਇਆ ਲਿਖਾਇਆ ਜਵਾਨ ਕੀਤਾ ਤੇ ਉਹਨਾਂ ਨੂੰ ਇੱਕ ਚੰਗੇ ਘਰ 'ਚ ਵਿਆਹਿਆ। ਮੇਰੇ ਮੁੰਡੇ ਨੂੰ ਬੜਾ ਸਮਝਾ ਕੇ ਨਾ ਮੈਂ ਸਭ ਕੀ ਬੜੀ ਮੇਰੇ ਕੋਲ ਬੋਲਿਆ ਨਹੀਂ ਜਾਂਦਾ, ਇਹ ਕੋ ਤੁਰਿਆ ਨਹੀਂ ਜਾਂਦਾ। ਮੈਂ ਰਹਿ ਹੀ ਗਈ ਹਾਂ ਇੱਕ ਕੰਮਾਂ ਦੇ ਨਾਲ ਹੀ। ਧੀਆਂ ਨਹੀਂ ਪੱਲਾ ਖਾਂਦੀਆਂ, ਕੋਈ ਨਹੀਂ ਬੁਲਾਉਂਦਾ। ਧੀਆਂ ਲਾਗੂ ਚੱਪਾ ਕੇ ਲੰਘ ਜਾਂਦੀਆਂ ਨੇ। ਕੱਲ੍ਹ ਦੀਆਂ ਬਾਬੇ ਨੇ ਗਈ ਦੀ ਹੈ, ਸਾਨੂੰ ਕਿਤੇ ਪੁੱਛਿਆ ਨਹੀਂ ਉਹਨੇ। ਆਪ ਮੈਨੂੰ ਸ਼ੂਗਰ ਦੀ ਬਿਮਾਰੀ ਹੈ, ਇਹ ਲਾਗੇ ਨਹੀਂ ਹਲੇ ਲੱਗਦੀਆਂ ਹੈਗੀਆਂ, ਡੋਲੀ ਲੰਘ ਜਾਂਦੀਆਂ ਚੁੱਪ ਕਰਕੇ। ਰੱਬ ਦੇ ਘਰ ਜਾਣ ਦਾ ਕੀ ਫਾਇਦਾ ਜੇ ਆਪਣੇ ਮਾਂ-ਬਾਪ ਹੀ ਗਲੀਆਂ 'ਚ ਰੁਲਦੇ ਆ। यही मैं कहना कि बाप मेरा इलाज होए, मैं अपनी माँ का पूरा साथ देवां पूरा। मैनूं होर कक्ख नहीं चाहिए, माँ ही चाहिए होर का। बहुत ज़्यादा बेचारे दुखी है इतने, ना बेचारे को रोटी है ना को पानी ना बाहर छत वा मीह आज तो कितने जाएंगे बेचारे। बहुत माड़ा हाल भाई। तो यहो मंग करने एक तो बेचारे का नशा जो छुट जाए इलाज हो सरकारी डॉक्टर गए ही जोड़ उत्थे भी गुगू उन्होंने 2 लाख रुपया मैं कहना इन्होंने को बेचारे को पैसे आ उतों भी इलाज बेचारे वापस आ गए। मां किते दरगाह ते जाके कुछ आपे भी खांदी है ते अपने पुत लई भी लैंदी है, पर मां नूं किते ना किते उस पुत दा जरूर फिक्र आ जाए भी कि मेरा पुत रात भुखा ना सोवे, रोटी खा के ही सोवे। आप मैं तेरी मंग तांके कदी किहे को कदी किहे को कदी आ बाबे में डेरे जानी हाँ, उत्थों लंगर लै आनी हाँ, कदी इस गली वाले च मंग लेनी इसे तरी। कदी किसी नूं कहीदा सब्जी लिया के दे दो, कदी किसी नूं कहीदा। मैनूं 4 महीने हो गए भाई, पूरा सियाले भरे दे धुंद पैंदी रही है। उदों दा मैं मंजी ते लम्मे पे दे साढ़े। ਕਰਮਾ ਮਾਰੀ ਇੱਕ ਉਹ ਮਾਂ ਵਾ ਜਿਹੜੀ ਅੱਜ ਫਰਿਆਦ ਕਰ ਰਹੀ ਹੈ ਦਰਸ਼ਕਾਂ ਦੇ ਅੱਗੇ ਕਿ ਉਸ ਦੀ ਵੀ ਬਾਤ ਪੁੱਛੀ ਜਾਏ, ਉਸ ਨੂੰ ਵੀ ਪੁੱਛਿਆ ਜਾਏ, ਕਿਉਂਕਿ ਉਸ ਦੀਆਂ ਧੀਆਂ ਉਸ ਦਾ ਸਾਥ ਛੱਡ ਜਾਂਦੀਆਂ ਨੇ ਅਤੇ ਆਪਣੇ ਪੁੱਤ ਦੇ ਨਾਲ ਹੀ ਅੱਜ ਦਰ-ਦਰ ਦੀਆਂ ਠੋਕਰਾਂ ਖਾਣ ਨੂੰ ਮਜਬੂਰ ਹੈ। ਇੱਕ ਦੁਰਲਭ ਭਰੀ ਜ਼ਿੰਦਗੀ ਜੀਣ ਨੂੰ ਮਜਬੂਰ ਹੈ। ਪਰਮਾਤਮਾ ਅੱਗੇ ਕਈ ਸੁਖਣਾ ਮੱਥੇ ਰਗੜ ਕੇ ਬੱਚਿਆਂ ਦੀ ਦਾਤ ਮੰਗੀ ਜਾਂਦੀ ਆ ਕਿ ਬੁਢਾਪੇ ਦੇ ਵਿੱਚ ਉਹਨਾਂ ਦਾ ਬੱਚੇ ਸਾਥ ਦੇਣਗੇ, ਪਰ ਕਈ ਵਾਰੀ ਅਜਿਹਾ ਭਾਣਾ ਨਹੀਂ ਹੁੰਦਾ ਜੋ ਅਸੀਂ ਸੋਚਦੇ ਹਾਂ, ਉਸ ਤੋਂ ਉਲਟ ਹੋ ਜਾਂਦਾ ਵਾ। ਪਰਮਾਤਮਾ ਨੇ ਇੱਕ ਪੁੱਤ ਦਿੱਤਾ ਸੀ ਤੇ 4 ਧੀਆਂ ਦਿੱਤੀਆਂ ਸੀ। ਧੀਆਂ ਦਾ ਤਾਂ ਵਿਆਹ ਕਰ ਦਿੱਤਾ ਆਪਣੀ ਸਮਰੱਥਾ ਦੇ ਹਿਸਾਬ ਦੇ ਨਾਲ, ਪਰ ਕਿਤੇ ਨਾ ਕਿਤੇ ਪਤੀ ਵੀ ਉਸ ਮੌਕੇ ਸਾਥ ਛੱਡ ਜਾਂਦਾ ਵਾ। ਜਿਹੜਾ ਉਹਨਾਂ ਕੋਲ ਛੋਟਾ ਮੋਟਾ ਘਰ ਹੈਗਾ ਸੀ ਆਪਣਾ, ਉਹ ਵੇਚ ਕੇ ਪੈਸੇ ਖਾ ਕੇ ਤੇ ਉਸ ਦੀ ਵੀ ਮੌਤ ਹੋ ਜਾਂਦੀ ਹੈ ਕੁਝ ਸਮਾਂ ਪਹਿਲਾਂ। ਅੱਜ ਉਹ ਮਾਂ ਪੁੱਤ ਦਰ-ਦਰ ਦੀਆਂ ਠੋਕਰਾਂ ਖਾਣ ਨੂੰ ਮਜਬੂਰ ਨੇ। ਗਲੀ ਦੇ ਵਿੱਚ ਹੀ ਆਪਣਾ ਘਰ ਬਣਾ ਲਿਆ। ਗਲੀ ਦੇ ਵਿੱਚ ਹੀ ਤਸਵੀਰ ਮੈਂ ਇੱਕ ਵਾਰੀ ਸਾਂਝੀ ਕਰਦਾ ਦਰਸ਼ਕਾਂ ਦੇ ਨਾਲ ਕਿ ਗਲੀ ਦੇ ਵਿੱਚ ਹੀ ਚੌਂਕਾ ਬਣਾ ਕੇ ਤੇ ਮਾਤਾ ਫਰਿਆਦ ਕਰ ਰਹੀ ਹੈ ਦਰਸ਼ਕਾਂ ਦੇ ਅੱਗੇ ਕਿ ਉਸ ਦੀ ਵੀ ਬਾਤ ਪੁੱਛੀ ਜਾਏ, ਕਿਉਂਕਿ ਉਸ ਦੀਆਂ ਆਪਣੀਆਂ ਢਿੱਡ ਦੀਆਂ ਜੰਮੀਆਂ ਧੀਆਂ ਵੀ ਅੱਜ ਉਸ ਦਾ ਸਾਥ ਨਹੀਂ ਦੇ ਰਹੀਆਂ, ਉਸ ਦਾ ਸਾਥ ਛੱਡ ਗਈਆਂ ਨੇ। ਉਹ ਧੀਆਂ ਵੀ ਉਹਨਾਂ ਧੀਆਂ ਦੇ ਬੂਹੇ ਦੇ ਅੱਗੇ ਮਾਤਾ ਨੇ ਚੌਂਕਾ ਲਾ ਕੇ ਬੈਠੀ ਦੀ ਏ ਕਿ ਸ਼ਾਇਦ ਕਿਤੇ ਨਾ ਕਿਤੇ ਉਹਨਾਂ ਦੇ ਦਿਲ ਦੇ ਵਿੱਚ ਕਿਤੇ ਮਨ ਦੇ ਵਿੱਚ ਮਿਹਰ ਪਏਗੀ ਤੇ ਆਪਣੀ ਮਾਂ ਨੂੰ ਤੇ ਆਪਣੇ ਭਰਾ ਨੂੰ ਜ਼ਰੂਰ ਅੰਦਰ ਰੱਖਣਗੇ। ਪਰ ਇਸ ਤਰ੍ਹਾਂ ਕੁਝ ਵੀ ਨਹੀਂ ਹੋਇਆ। ਲੰਬੇ ਸਮੇਂ ਤੋਂ ਇਸੇ ਤਰ੍ਹਾਂ ਮਾਤਾ ਗਲੀ ਦੇ ਵਿੱਚ ਬੈਠ ਕੇ ਆਪਣਾ ਸਮਾਂ ਕੱਟ ਰਹੀ ਹੈ, ਆਪਣੀ ਜ਼ਿੰਦਗੀ ਕੱਟ ਰਹੀ ਹੈ। ਪੁੱਤ ਜਵਾਨੀ 'ਚ ਨਸ਼ਿਆਂ ਦੇ ਵਿੱਚ ਪੈ ਜਾਂਦਾ ਵਾ, ਨਸ਼ੇ ਕਰਦਾ ਵਾ। ਨਸ਼ਿਆਂ ਦੇ ਨਾਲ ਹੀ ਉਸ ਲੜਕੇ ਦੀ ਜ਼ਿੰਦਗੀ ਜਿਹੜੀ ਹੈ, ਸਾਰੀ ਜਵਾਨੀ ਜਿਹੜੀ ਆ ਬਰਬਾਦ ਹੋ ਜਾਂਦੀ ਹੈ ਨਸ਼ਿਆਂ ਦੇ ਨਾਲ ਹੀ। ਸੋ ਇਸੇ ਤਰ੍ਹਾਂ ਕਈਆਂ ਦੇ ਘਰ ਨਸ਼ੇ ਨੇ ਉਜਾੜੇ ਨੇ ਅਤੇ ਕਈਆਂ ਦੇ ਭੈਣਾਂ ਦੇ ਭਰਾ ਖੋਏ ਨੇ, ਕਈਆਂ ਮਾਵਾਂ ਦੀਆਂ ਕੁੱਖਾਂ ਖਾਲੀ ਕੀਤੀਆਂ ਵਾ ਨਸ਼ਿਆਂ ਨੇ। ਸੋ ਮਾਤਾ ਕੋ ਪੁੱਤ ਤਾਂ ਆਪਣਾ ਜ਼ਰੂਰ ਅਜੇ ਹੈਗਾ ਵਾ, ਪਰ ਕਿਤੇ ਨਾ ਕਿਤੇ ਪੁੱਤ ਵੀ ਬਿਮਾਰ ਪਿਆ ਵਾ। ਪੁੱਤ ਨਾਲ ਵੀ ਚੱਲ ਕੇ ਗੱਲਬਾਤ ਕਰਾਂਗੇ, ਉਸ ਦੀਆਂ ਵੀ ਤਸਵੀਰਾਂ ਜ਼ਰੂਰ ਸਾਂਝੀਆਂ ਕਰਾਂਗੇ। ਪਹਿਲਾਂ ਮਾਤਾ ਨਾਲ ਗੱਲ ਕਰ ਲਈਏ ਚੱਲ ਕੇ। ਮਾਤਾ ਜੀ ਕੀ ਨਾਮ ਆ ਤੁਹਾਡਾ? ਪਹਿਲਾਂ ਨਾਮ ਦੱਸਿਓ ਸਭ ਤੋਂ ਪਹਿਲਾਂ। ਸਰਜੀਤ। ਮਾਤਾ ਜੀ ਕੀ ਸਮੱਸਿਆ ਤੁਹਾਨੂੰ?
ਸਮੱਸਿਆ ਇਹ ਹੀ ਹੈ, ਮੁੰਡਾ ਜਿਹੜਾ ਨਸ਼ੇ 'ਚ ਪੈ ਗਿਆ। ਨਸ਼ੇ 'ਚ ਪੈ ਗਿਆ ਤੇ ਮੈਂ ਕਿਹਾ ਮੁੰਡਿਆ ਕੰਮ ਤੇ ਜਾਣਾ ਤੇ ਨਸ਼ਾ ਨਾ ਕਰੀ। ਉਹਨੇ ਨਹੀਂ ਮਤਲਬ ਮੈਂ ਨਹੀਂ ਕਰਦਾ। ਹੈਂ ਮੁੜ ਕੇ ਕਿਤੇ ਨੂੰ ਮੁੰਡਿਆਂ ਨੇ ਕਿਹਾ ਤਾਂ ਕਿ ਟੀਕਾ ਲਾ ਲਿਆ ਨੇ, ਟੀਕਾ ਦਾ ਹੋ ਗਿਆ ਓਵਰ। ਹੈਂ ਤੇ ਲੱਤ ਸੋਚ ਗਈ ਇਹਦੀ ਬੜੀ। ਮੁੜ ਕੇ ਕਿਸੇ ਨੇ ਸਾਥ ਨਹੀਂ ਸਾਨੂੰ ਦਿੱਤਾ, ਕੋਈ ਭੈਣ ਨੇ ਕਿਸੇ ਨਹੀਂ ਦਿੱਤਾ ਹੈਗਾ। ਹੈਂ ਮੁੜ ਕੇ ਤੇ 4 ਮਹੀਨੇ ਹੋ ਗਏ, 4 ਮਹੀਨੇ ਹੋ ਗਏ ਨੇ ਮੰਜੀ 'ਤੇ ਪਏ ਨੂੰ। ਹੈਂ ਤੇ ਮੈਂ ਤੇਰੀ ਮੰਗ ਤਾਂ ਕਿ ਕਦੀ ਕਿਸੇ ਕੋ ਕਦੀ ਕਿਸੇ ਕੋ, ਕਦੀ ਆ ਬਾਬੇ ਮੇਸ਼ੀ ਡੇਰੇ ਜਾਂਦੀ ਹਾਂ, ਉੱਥੋਂ ਲੰਗਰ ਲੈ ਆਉਂਦੀ ਹਾਂ, ਕਦੀ ਇਸੇ ਗਲੀ ਵਾਲੇ 'ਚ ਮੰਗ ਲੈਣੀਆਂ ਇਸੇ ਤਰ੍ਹਾਂ ਹੀ। ਅਤੇ ਕੁੜੀਆਂ ਜਿਹੜੀਆਂ ਹਲੇ ਵੱਲ ਵਹਿੰਦੀਆਂ ਹੀ ਨਹੀਂ, ਮੂੰਹ ਹੀ ਨਹੀਂ ਕਰਦੀਆਂ ਹਲੇ ਵੱਲ। ਹੁਣ ਕੱਲ੍ਹ ਦੀ ਗੱਡੀ ਕਰਾ ਕੇ ਨਾ 2000 ਦੀ, 5000 ਦੀ, 10000 ਦੀ, ਅਤੇ ਗਈ ਦੇ ਬਾਬੇ ਦੇ। ਆਹੋ ਤੇ ਸਾਨੂੰ ਵੀ ਇਹਨੇ ਪੁੱਛਿਆ ਹੈਗਾ। ਮਾਂ ਪੁੱਤ ਦਾ ਮੁੰਡਾ ਸਗੋਂ ਹੁੰਦਾ, ਮਾਤਾ ਮੈਨੂੰ ਵੀ ਲੈ ਜਾਂਦੀ। ਮੈਂ ਤੂੰ ਕਿਸ ਤਰ੍ਹਾਂ ਜਾਣਾ ਈ? ਤੇਰੇ ਕੋਲ ਤੁਰਿਆ ਨਹੀਂ ਜਾਂਦਾ, ਤੂੰ ਕਿਸ ਤਰ੍ਹਾਂ ਜਾਏਂਗਾ? ਮਾਤਾ ਰੱਬ ਦੇ ਘਰ ਜਾਣ ਦਾ ਕੀ ਫਾਇਦਾ ਜੇ ਆਪਣੇ ਮਾਂ-ਬਾਪ ਹੀ ਗਲੀਆਂ 'ਚ ਰੁਲਦੇ ਆ। ਆਹੋ ਸਾਨੂੰ ਇਹਨੇ ਪੁੱਛਿਆ ਨਹੀਂ। ਆਹੋ ਤੇ ਕੱਲ੍ਹ ਦੀ ਉੱਥੇ ਗਈ ਦੀ ਹੈ ਬਾਬੇ ਪਹਾੜਾਂ ਵਾਲੇ ਦੇ ਉੱਥੇ। ਸਾਨੂੰ ਨਹੀਂ ਇਹਨੇ ਪੁੱਛਿਆ ਹੈਗਾ। ਅਸੀਂ ਚੁੱਪ ਕਰ ਰਹੇ ਹੈਂ ਤੇ ਰਾਤੀ ਮੁੰਡਾ ਰੋਏ ਬੜਾ, ਮੁੱਕੀ ਮੰਮੀ ਮੇਰਾ ਇਲਾਜ ਕਰਾ, ਮੇਰਾ ਇਲਾਜ ਕਰਾ। ਮੈਂ ਤੇਰਾ ਹੁਣ ਕਿੱਥੋਂ ਇਲਾਜ ਕਰਾਵਾਂ? ਮੇਰੇ ਕੋਲ ਕਿਹੜੇ ਪੈਸੇ ਨੇ? ਮੇਰਾ ਕਿਹੜਾ ਮਗਰ ਖਰਚਣ ਨੇ ਜਿਹੜੇ ਮੈਂ ਤੇਰਾ ਇਲਾਜ ਕਰਾਵਾਂ। ਜਿਹੜਾ ਆਪਣਾ ਘਰ ਸੀ ਉਹ ਕਿੱਥੇ? ਅਸੀਂ ਪੁੱਤ ਦੇ ਲਾਗੇ ਨਾ ਚਲੀਏ, ਆਜੋ ਉੱਥੇ ਚੱਲਦੇ ਹਾਂ ਮਾਤਾ। ਉੱਥੇ ਜਾ ਕੇ ਗੱਲਬਾਤ ਕਰਦੇ ਹਾਂ, ਤੇਰੇ ਨਾਲ ਪੁੱਤ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਕਿਸ ਤਰ੍ਹਾਂ ਇਹ ਹਾਲਾਤ ਬਣ ਜਾਂਦੇ ਨੇ ਜਦੋਂ ਬੱਚੇ ਨਸ਼ਿਆਂ ਦੇ ਵਿੱਚ ਆਪਣੀ ਜਵਾਨੀ ਰੋਲ ਦਿੰਦੇ ਨੇ। ਸੋ ਮਾਤਾ ਦੇ ਨਾਲ, ਬਜ਼ੁਰਗ ਮਾਤਾ ਦੇ ਨਾਲ ਜਾ ਕੇ ਗੱਲਬਾਤ ਵੀ ਕਰਦੇ ਹਾਂ, ਪੁੱਤ ਦੇ ਨਾਲ ਵੀ ਕਰਦੇ ਹਾਂ ਗੱਲ ਕਿ ਕਿੱਦਾਂ ਦੇ ਹਾਲਾਤ ਬਣ ਜਾਂਦੇ ਨੇ। ਆਜੋ ਅੱਗੇ ਆਜੋ ਮਾਤਾ, ਕਿ ਕਿੱਦਾਂ ਦੇ ਹਾਲਾਤ ਬਣ ਜਾਂਦੇ ਨੇ ਪਰਿਵਾਰ ਦੇ ਜਦੋਂ ਘਰ ਦੇ ਵਿੱਚ ਨਸ਼ਾ ਵੜ ਜਾਂਦਾ ਵਾ। ਸੋ ਇਸ ਤਰ੍ਹਾਂ ਘਰ ਦੇ ਵਿੱਚ ਜਦੋਂ ਨਸ਼ਾ ਵੜਿਆ ਸੀ ਤੇ ਮਾਤਾ ਦੇ ਨਾਲ ਕੀ ਹਾਲਾਤ ਬਣੇ ਨੇ। ਘਰ ਵੀ ਵਿਕ ਜਾਂਦਾ ਵਾ ਅਤੇ ਅੱਜ ਗਲੀ ਦੇ ਵਿੱਚ ਰਹਿਣ ਨੂੰ ਮਜਬੂਰ ਹੋ ਗਏ ਨੇ ਕਿ ਆਪਣਾ ਸਮਾਂ ਕੱਢਣਾ ਵਾ, ਕਿਸੇ ਤਰ੍ਹਾਂ ਸਮਾਂ ਕੱਢਣਾ ਵਾ, ਕਿਸੇ ਤਰ੍ਹਾਂ ਕਿ ਸਮਾਂ ਨਿਕਲ ਜਾਵੇ ਕਿ ਜਿਸ ਦੇ ਨਾਲ ਕਿ ਬੱਚੇ ਦੀ ਨਾਲ ਦੇਖ ਰੇਖ ਕਰ ਸਕੇ। ਮਾਤਾ ਕਿਤੇ ਰੱਬ ਨੂੰ ਵੀ ਕੋਸਦੀ ਹੋਣੀ ਹੈ, ਕਿਉਂਕਿ ਕਰਮਾਂ ਦੀ ਸਜ਼ਾ ਕੀ ਪਤਾ ਕਿਹੜੇ ਕਰਮਾਂ ਦੀ ਸਜ਼ਾ ਮਿਲਦੀ। ਮੇਰੇ ਮੁੰਡੇ ਨੂੰ ਬੜਾ ਸਮਝਾ ਕੇ ਨਾ ਮੈਂ ਥੱਕ ਗਈ ਬੜੀ। ਹੁਣ ਮੇਰੇ ਕੋਲ ਬੋਲਿਆ ਨਹੀਂ ਜਾਂਦਾ, ਮੇਰੇ ਕੋਲ ਤੁਰਿਆ ਨਹੀਂ ਜਾਂਦਾ। ਮੈਂ ਰਹਿ ਹੀ ਗਈ ਹਾਂ ਇੱਕ ਕੰਮਾਂ ਦੇ ਨਾਲ ਹੀ। ਇਹਨੇ ਮੈਨੂੰ ਛੱਡਿਆ ਹੀ ਨਹੀਂ। ਇਹ ਧੀਆਂ ਨਹੀਂ ਪੱਲਾ ਬਣਾਉਂਦੀਆਂ, ਕੋਈ ਨਹੀਂ ਬੁਲਾਉਂਦਾ। ਧੀਆਂ ਲਾਗੂ ਚੱਪਾ ਕੇ ਲੰਘ ਜਾਂਦੀਆਂ ਨੇ। ਕੱਲ੍ਹ ਦੀਆਂ ਬਾਬੇ ਨੇ ਗਈ ਦੀ ਹੈ, ਸਾਨੂੰ ਕਿਹਨੇ ਪੁੱਛਿਆ ਨਹੀਂ ਉਹਨੇ। ਬਿਲਕੁਲ ਬਿਲਕੁਲ ਮਾਤਾ, ਜਦੋਂ ਜਵਾਨ ਪੁੱਤ ਮੰਜੇ ਤੇ ਪੈ ਜੇ ਤੇ ਮਾਂ-ਬਾਪ ਦਾ ਹਿਰਦਿਆ ਵਲੂੰਦਰਿਆ ਜਾਂਦਾ। ਕਿ ਅਸੀਂ ਵੀ ਵੇਖ ਕੇ ਜਦੋਂ ਤਸਵੀਰ ਬੱਚੇ ਦੀ ਵੇਖੀ ਆਣ ਕੇ ਮੰਜੇ ਤੇ ਦੇਖਿਆ ਤੇ ਅਸੀਂ ਵੀ ਥੋੜਾ ਜਿਹਾ ਸਾਡਾ ਵੀ ਹਿਰਦਿਆ ਵਲੂੰਦਰਿਆ ਗਿਆ ਕਿ ਜਵਾਨ ਪੁੱਤ ਮਾਂ ਦਾ ਜਦੋਂ ਘੋੜੇ ਵਰਗਾ ਮੰਜੇ ਤੇ ਪਿਆ ਹੋ ਗਿਆ। ਮੈਨੂੰ ਟੱਟੀ ਪਿਸ਼ਾਬ ਮੰਜੇ ਤੇ ਕਰਦਾ, ਮੰਜੇ ਤੇ ਉਹ ਸੁੱਟਣੀਆਂ ਉਸੇ ਤਰ੍ਹਾਂ ਹੀ ਤਰ੍ਹਾਂ। ਇਹਨਾਂ ਕੁੜੀਆਂ ਨੇ ਕਿਤੇ ਮੈਨੂੰ ਪੱਲਾ ਨਹੀਂ ਪਾਇਆ। ਮਾਂ ਤੇ ਠੀਕ ਨਹੀਂ ਹੈਗੀ, ਆਪ ਮੈਨੂੰ ਸ਼ੂਗਰ ਦੀ ਬਿਮਾਰੀ ਹੈ। ਹੈਂ ਇਹ ਲਾਗੇ ਨਹੀਂ ਹਲੇ ਲੱਗਦੀਆਂ ਹੈਗੀਆਂ, ਡੋਲੀ ਲੰਘ ਜਾਂਦੀਆਂ ਚੁੱਪ ਕਰਕੇ। ਕੱਲ੍ਹ ਦੀ ਬਾਬੇ ਨੇ ਗਈ ਗੱਡੀ ਕਰਾ ਕੇ ਆ, ਸਾਨੂੰ ਇਹਦਾ ਪੁੱਛਿਆ ਹੀ ਨਹੀਂ ਹੈਗਾ। ਮਾਤਾ ਘਰ ਦਾ ਗੁਜ਼ਾਰਾ ਫਿਰ ਕਿੱਦਾਂ ਚੱਲਦਾ ਵਾ? ਤੁਹਾਡੇ ਕੋਲ ਤਾਂ ਕੰਮ ਨਹੀਂ ਹੁੰਦਾ, ਪੁੱਤ ਮੰਜੇ ਤੇ ਪਿਆ ਵਾ। ਕਰਦਾ ਇਸੇ ਤੇ ਕੋਈ ਗਲੀ ਮਹੱਲੇ 'ਚ ਕੋਈ ਦੇ ਤੇ ਕਰ ਲਈਦਾ, ਨਹੀਂ ਤੇ ਬਾਬੇ ਮੇਸ਼ੀ ਜਾ ਕੇ ਉੱਥੋਂ ਖਾ ਆਉਂਦੀ ਤੇ ਮੇਰੇ ਲਈ ਲੈ ਆਉਂਦੀ ਆ। ਬਿਲਕੁਲ ਜੀ, ਉਹ ਮਾਤਾ ਜੀ ਨੇ ਦੱਸਿਆ ਵਾ ਕਿ ਦਰਗਾਹ ਤੇ ਜਾਂਦੇ ਨੇ, ਦਰਗਾਹ ਤੇ ਇੱਥੇ ਪੀਰਾਂ ਦੀ ਦਰਗਾਹ ਵਾ, ਉੱਥੋਂ ਜਾ ਕੇ ਲੰਗਰ ਆਪਣਾ ਖਾਂਦੇ ਨੇ ਤੇ ਬੱਚੇ ਵਾਸਤੇ ਨਾਲ ਲੈ ਆਉਂਦੇ ਨੇ, ਕਿਉਂਕਿ ਮਾਤਾ ਜੀ ਆਪ ਵੀ ਬਿਮਾਰ ਨੇ। ਸੋ ਅੱਜ ਮੈਂ ਅੱਗੇ ਆਪਣੇ ਦਰਸ਼ਕਾਂ ਨੂੰ ਪਹਿਲਾਂ ਹੀ ਵੀ ਦੱਸਿਆ ਸੀ ਕਿ ਅੱਜ ਉਹ ਤਸਵੀਰਾਂ ਸਾਂਝੀਆਂ ਕਰਾਂਗੇ ਜਿਹੜਾ ਇੱਕ ਵਾਰੀ ਹਿਰਦੇ ਵਲੂੰਦਰ ਕੇ ਰੱਖ ਦੇਣਗੀਆਂ। ਸੋ ਅਸੀਂ ਵੀ ਬੇਨਤੀ ਕਰਦੇ ਹਾਂ, ਅਪੀਲ ਕਰਦੇ ਹਾਂ ਆਪਣੇ ਦਰਸ਼ਕਾਂ ਨੂੰ ਕਿ ਇਸ ਵੀਡੀਓ ਨੂੰ ਇੰਨਾ ਕਿ ਸ਼ੇਅਰ ਕਰਿਓ ਕਿ ਉਸ ਰੱਬ ਦੇ ਬੰਦੇ ਤੱਕ ਜ਼ਰੂਰ ਪਹੁੰਚੇ ਜਿਹੜਾ ਇਸ ਮਾਂ ਪੁੱਤ ਦੀ ਬਾਤ ਪੁੱਛੇ, ਕਿਉਂਕਿ ਇਹਨਾਂ ਦੀਆਂ ਆਪਣੀਆਂ ਢਿੱਡ ਦੀਆਂ ਜੰਮੀਆਂ ਧੀਆਂ ਨੇ ਨਹੀਂ ਬਾਤ ਪੁੱਛੀ। ਉਹਨਾਂ ਦੇ ਬੂਹੇ ਦੇ ਅੱਗੇ ਬੈਠ ਗਈਆਂ ਮੰਜੇ ਡਾਹ ਕੇ, ਪਰ ਉਹਨਾਂ ਨੇ ਨਹੀਂ ਇੱਕ ਵਾਰੀ ਵੀ ਬਾਹਰੋਂ ਨਿਕਲ ਕੇ ਪੁੱਛਿਆ ਕਿ ਮਾਂ ਕਿਸੇ ਚੀਜ਼ ਦੀ ਲੋੜ ਆ। ਉਹੀ ਧੀਆਂ ਨੇ ਜਿਨ੍ਹਾਂ ਨੂੰ ਮਾਂ ਨੇ ਪੜ੍ਹਾਇਆ ਲਿਖਾਇਆ, ਜਵਾਨ ਕੀਤਾ ਤੇ ਉਹਨਾਂ ਨੂੰ ਇੱਕ ਚੰਗੇ ਘਰ 'ਚ ਵਿਆਹਿਆ। ਪਰ ਕਿਤੇ ਨਾ ਕਿਤੇ ਉਹਨਾਂ ਵਾਸਤੇ ਵੀ ਲਾਹਨਤ ਆ ਕਿ ਜਿਹੜੇ ਅੱਜ ਉਸ ਮਾਂ ਭਰਾ ਆਪਣੀ ਮਾਂ ਤੇ ਭਰਾ ਨੂੰ ਬਾਤ ਤੱਕ ਨਹੀਂ ਪੁੱਛੀ ਉਹਨਾਂ ਨੇ ਕਿ ਅਸੀਂ ਦੇਖ ਲਈਏ ਬਾਹਰ ਉਹਨਾਂ ਦਾ ਕੀ ਹਾਲ ਆ, ਮੇਰੇ ਭਰਾ ਦਾ ਕੀ ਹਾਲ ਆ। ਸੋ ਮਾਤਾ ਜੀ ਕਦੀ ਹੋਰ ਕੋਈ ਰਿਸ਼ਤੇਦਾਰ ਹੈਗਾ ਇਹਨਾਂ ਤੋਂ ਇਲਾਵਾ? ਹੋਰ ਇਹ ਨਾਨਕੇ ਹੀ ਇਹਦੇ ਹੈਗੇ ਵਿਚਾਰੇ। ਆਹ ਮਾਮੇ ਆਂਦੇ ਕਿ ਨਹੀਂ ਪੁੱਛਦੇ ਹੋ? ਮਾਮੇ ਵਿਚਾਰੇ ਮਰ ਗਏ ਦੇ ਨੇ, ਉਹ ਵੀ। ਆਹ ਭਰਾ ਵੀ ਮੇਰੇ ਮਰ ਗਏ ਦੇ ਨੇ। ਆਹੋ ਹੁਣ ਕੋਈ ਵੀ ਨਹੀਂ ਹੈਗਾ। ਬਿਲਕੁਲ ਨਸ਼ੇ ਨੇ ਹੀ ਘਰ ਨੂੰ ਉਜਾੜਿਆ ਵਾ। ਸੋ ਗੱਲਬਾਤ ਵੀ ਕਰ ਲੈਂਦੇ ਹਾਂ ਉਸ ਮੁੰਡੇ ਨਾਲ ਵੀ ਕਿ ਕੀ ਨਾਮ ਬੱਚਾ? ਰਾਇਆ ਭਾਈ। ਰਾਜਾ, ਅੱਜ ਪਛਤਾਵਾ ਹੁੰਦਾ ਨਾ? ਜੀ ਭਾਈ।
ਪਛਤਾਵਾ ਹੁੰਦਾ ਨਾ, ਹਾਂਜੀ ਭਾਈ। ਪਰ ਫਿਰ ਆਪਾਂ ਗਲਤ ਸੰਗਤ 'ਚ ਕਿਉਂ ਪੈਂਦੇ ਆ? ਕਿੱਦਾਂ ਸ਼ੁਰੂਆਤ ਹੁੰਦੀ ਹੈ ਜ਼ਿੰਦਗੀ ਦੀ ਕਿ ਜਿਹੜਾ ਇਸ ਪਾਸੇ ਤੁਰ ਪਏ? ਇਸ ਪਾਸੇ ਭਾਈ ਜਦੋਂ ਪਿਓ ਮਰਿਆ ਨਾ, ਜੀਜਾ ਮੇਰਾ ਕਹਿੰਦਾ ਕਿ ਇੱਥੇ ਆਇਆ, ਉਹਦੇ ਮੁੰਡੇ ਦੇ ਜਗ੍ਹਾ ਕਹਿੰਦਾ ਆਪਣੇ ਮੁੰਡੇ ਦੇ ਸੀ ਦੀ ਜਗ੍ਹਾ ਜਿਹੜੀ ਮੈਂ ਕਮਰਾ ਸਾਥ ਦਾਂਗਾ। ਠੀਕ, ਇੱਥੇ ਆਇਆ। ਇੱਥੇ ਆਣ ਕੇ ਪਹਿਲਾਂ ਮੈਂ ਦਾਰੂ ਪੀ ਲ ਪਿਆ। ਦਾਰੂ ਮੈਨੂੰ ਕੱਖ ਨਹੀਂ ਮਾਰਦੀ, ਨਹੀਂ ਦਾਰੂ ਛਡਾਤੀ ਇਹਨਾਂ ਨੇ। ਦਾਰੂ ਛਡਾੜ ਅੱਧੇ ਮੈਂ ਮੁੰਡਿਆਂ ਨਾਲ ਹੌਲੀ ਹੌਲੀ ਫਿਰਨ ਤੁਰ ਪਿਆ। ਉਹਨਾਂ ਨੇ ਮੇਰੇ ਟੀਕਾ ਲਾ ਤਾ। ਟੀਕਿਆਂ ਦੇ ਚੱਕਰਾਂ 'ਚ ਭਾਈ ਬਾਈ ਹੌਲੀ ਹੌਲੀ ਮੈਂ ਵੱਧ ਗਿਆ। 2 ਸਾਲ ਹੋ ਗਏ ਮੈਨੂੰ ਟੀਕਾ ਲਾਉਂਦੇ। ਬਾਅਦ ਜਦੋਂ ਮੇਰੇ ਉਹਨਾਂ ਨੇ ਇੱਥੇ ਟੀਕਾ ਲਾਇਆ ਤਾ ਨਾ, ਟੀਕਾ ਆਊਟ ਹੋ ਗਿਆ, ਤੇ ਮੈਂ ਨਾ ਆਣ ਕੇ ਮਾਤਾ ਨਾਲ ਆਖਿਆ, ਮੈਂ ਮਾਤਾ ਜੀ ਟੀਕਾ ਮੇਰੇ ਨਾ ਆਊਟ ਹੋ ਗਏ ਤੇ ਦਰਦ ਹੁੰਦੀ ਨਾਲ ਜੇ। ਭੈਣਾਂ ਨੂੰ ਵੀ ਦੱਸਿਆ, ਮੈਂ ਹੁਣ ਮੇਰਾ ਇਲਾਜ ਕਰਾ ਦਿਓ, ਇੱਥੇ ਬਹੁਤ ਮਾੜਾ ਹਾਲ ਹੋਣਾ। ਉਹੀ ਗੱਲ ਆ, ਮੈਨੂੰ 4 ਮਹੀਨੇ ਹੋ ਗਿਆ ਭਾਈ, ਪੂਰਾ ਸਿਆਲੇ ਭਰੇ ਦੇ ਧੁੰਦ ਪੈਂਦੀ ਰਹੀ ਆ। ਉਦੋਂ ਦਾ ਮੈਂ ਮੰਜੀ ਤੇ ਲੰਮੇ ਪਿਆ, ਇੰਨਾ ਟੋਇਆ ਪੈ ਗਿਆ ਤੇ ਮੈਂ ਰਾਤ ਦਿਨ ਭਾਈ ਸੌਂਦਾ ਨਹੀਂ, ਲੰਮੇ ਵੀ ਨਹੀਂ ਪਿਆ ਜਾਂਦਾ, ਬੈਠਾ ਹੀ ਬੜੀ ਮੁਸ਼ਕਲ ਜਾਂਦਾ। ਵੇਖੋ ਆਪਾਂ ਆਪਣੀ ਜ਼ਿੰਦਗੀ ਖਰਾਬ ਕੀਤੀ ਹੈ, ਉਸ ਦੇ ਨਾਲ ਨਾਲ ਮਾਂ ਦੀ ਵੀ ਕਰਤੀ ਹੈ। ਮਾਂ ਵੀ ਅੱਜ ਰੁਲਦੀ ਪਈ ਹੈ। ਜੇਕਰ ਅਸੀਂ ਇਹ ਕੰਮ ਨਾ ਕੀਤਾ ਹੁੰਦਾ ਤੇ ਘੱਟੋ ਘੱਟ ਅੱਜ ਕੋਈ ਕੰਮ ਕਰਨਾ ਸੀ ਬਾਹਰ, ਅਸੀਂ ਮਾਂ ਦਾ ਗੁਜ਼ਾਰਾ ਹੀ ਆਪਣਾ ਦੋਨੇ ਜੀ ਅਸੀਂ ਬੜਾ ਵਧੀਆ ਗੁਜ਼ਾਰਾ ਕਰ ਸਕਦੇ ਸੀ ਮਾਂ ਪੁੱਤ। ਮੈਂ ਭਾਈ ਹੁਣ ਇਹੀ ਕਹਿਣਾ, ਬਾ ਮੇਰਾ ਕੋਈ ਇਲਾਜ ਕਰਾ ਦੇ, ਹੋਰ ਕੱਖ ਨਹੀਂ ਮੈਨੂੰ ਚਾਹੀਦਾ। ਬਹੁਤ ਮਾੜਾ ਹਾਲ, ਮੈਨੂੰ ਪਤਾ ਮੇਰੀ ਜਾਨ ਬਹੁਤ ਨਿਕਲਦੀ ਰੋਜ਼। ਮੈਂ ਰੋਜ਼ ਰਾਤ ਦਿਨ ਸੌਂਦਾ ਨਹੀਂ, ਬੱਤੀ ਸਾਡੇ ਕੋਲ ਨਹੀਂ, ਮੱਛਰ ਲੜਦਾ ਮੇਰੇ ਪੈਰ ਦੇ। ਮੈਂ ਇਹੀ ਕਹਿਣਾ ਮੇਰੀ ਸੱਟ ਤੇ ਨਾ ਬਾ ਮੱਛਰ ਬੇ। ਮਗਰਲੇ ਪਾਸੇ ਮੇਰੇ ਟੋਇਆ ਪਏਦਾ ਸੀ, ਉੱਤੇ ਮੈਂ ਗੋਲੀਆਂ ਲਾਈਆਂ ਸੱਟਾਂ ਦੀਆਂ, ਉਹ ਵੀ ਕੇਕ ਮੰਗੀਆਂ ਹੈ। ਕੇਕੋ ਦਵਾਈ ਖਾਣ ਦਾ ਨਹੀਂ ਸੋਚਿਆ? ਜਿੱਦਾਂ ਸਰਕਾਰੀ ਹਸਪਤਾਲਾਂ 'ਚ ਦਵਾਈ ਵੀ ਮਿਲਦੀ ਆ ਨਸ਼ਾ ਛੁਡਾਉਣ ਦੀ, ਉਹ ਨਹੀਂ ਕਦੀ ਚਾਹਿਆ ਕਿ ਅਸੀਂ ਉਹ ਛੱਡ ਕੇ ਨਸ਼ਾ ਤੇ ਆਪਣੀ ਮਾਂ ਦੀ ਸੇਵਾ ਕਰੀਏ? ਹਾਂ ਭਾਈ, ਉਹ ਤਾਂ ਗਲਤੀ ਹੋ ਗਈ। ਹੁਣ ਇਹੀ ਮੈਂ ਕਹਿੰਦਾ ਕਿ ਬਾ ਮੇਰਾ ਇਲਾਜ ਹੋਏ, ਮੈਂ ਆਪਣੀ ਮਾਂ ਦਾ ਪੂਰਾ ਸਾਥ ਦੇਵਾਂ ਪੂਰਾ। ਮੈਨੂੰ ਹੋਰ ਕੱਖ ਨਹੀਂ ਚਾਹੀਦਾ, ਮਾਂ ਹੀ ਚਾਹੀਦੀ, ਹੋਰ ਮੈਂ ਮੰਜੀ ਤੋੜ ਜਾ ਭਾਈ। ਬਿਲਕੁਲ, ਅੱਜ ਉਹੀ ਮਾਂ ਵਾ ਜਿਹੜੀ ਕੰਮ ਆਣ ਡਈ, ਉਹੀ ਮਾਂ ਪੁੱਤ ਦੀ ਸੇਵਾ ਕਰਨ ਡਈ ਆ। ਉਸ ਪੁੱਤ ਨੇ ਕਰਨੀ ਸੀ ਮਾਂ ਦੀ ਸੇਵਾ, ਪਰ ਅੱਜ ਉਹ ਮਾਂ ਕਰਦੀ ਪਈ। ਕਰਦੀ ਪਈ, ਇਹ ਗੱਲ ਤੁਹਾਡੀ ਭਾਈ ਸਹੀ। ਹੁਣ ਤੇ ਇਹੀ ਮੈਂ ਕਹਿੰਦਾ ਕਿ ਮੇਰਾ ਇਲਾਜ ਹੋਏ ਤੇ ਮੈਂ ਆਪਣੀ ਮਾਂ ਦੀ ਬਾਹ ਫੜਾਂ। ਭੈਣਾਂ ਬਾਹਾਂ ਨਹੀਂ ਫੜਦੀਆਂ ਭਾਈ। ਕੋਈ ਭੈਣ ਭਰਾ ਨਹੀਂ ਵੀਰ ਬੰਦਾ, ਮਾਂ ਪਿਓ ਹੀ ਬੰਦੇ ਆ ਜਦੋਂ ਬੰਦੇ ਆ। ਹੁਣ ਸਾਨੂੰ ਪਤਾ ਨਾ, ਭੈਣਾਂ ਲਾਗੋਂ ਦੀ ਲੰਘ ਜਾਂਦੀ, ਆਪਾਂ ਮੰਗਣੇ ਮੰਗ ਧੰਗ ਕੇ ਤੇ ਫੇਰ ਰੋਟੀ ਖਾਈ ਦੀ। ਕਦੀ ਕਿਸੇ ਨੂੰ ਕਹੀਦਾ ਸਬਜ਼ੀ ਲਿਆ ਕੇ ਦੇ ਦਿਓ, ਕਦੀ ਕਿਸੇ ਨੂੰ ਕਹੀਦਾ। ਭੈਣਾਂ ਲਾਗੋਂ ਦੀ ਭਾਈ ਲੰਘ ਜਾਂਦੀਆਂ, ਅੱਗੋਂ ਕਹਿੰਦੀ ਤੂੰ ਮਰ ਜਾਣਾ, ਤੂੰ ਮਰ ਜਾਣਾ। ਸੋ ਬਿਲਕੁਲ ਕਿਤੇ ਨਾ ਕਿਤੇ ਉਹਦੀਆਂ ਅੱਖਾਂ ਦੇ ਜਿਹੜੇ ਹੰਝੂ ਵਗਦੇ ਆ, ਉਹ ਅੱਜ ਆਪਣੇ ਰਿਸ਼ਤਿਆਂ ਨੂੰ ਨਹੀਂ ਦੱਸਦੇ। ਉਹਦੇ ਅੱਖਾਂ ਦੇ ਅਥਰੂ ਜਿਹੜੇ ਨੇ ਉਹਦਾ ਪਛਤਾਵਾ ਸਾਹਮਣੇ ਲਿਆ ਰਹੇ ਨੇ ਕਿ ਉਹ ਪਛਤਾ ਰਿਹਾ ਇਸ ਚੀਜ਼ ਨੂੰ ਕਿ ਮੈਂ ਨਸ਼ਾ ਨਾ ਕਰਦਾ ਤੇ ਅੱਜ ਮੈਂ ਆਪਣੀ ਮਾਂ ਦੀ ਸੇਵਾ ਕਰਨੀ ਸੀ। ਪਰ ਗਲਤ ਸੁਸਾਇਟੀ ਦੇ ਵਿੱਚ ਜਦੋਂ ਬੱਚਾ ਪੈ ਜਾਂਦਾ ਵਾ ਤਾਂ ਫਿਰ ਉਸ ਦਾ ਦਿਮਾਗ ਹੀ ਜਿਹੜਾ ਵਾ ਉਲਟੇ ਪਾਸੇ ਤੁਰਨਾ ਸ਼ੁਰੂ ਹੋ ਜਾਂਦਾ ਵਾ। ਫਿਰ ਘਰਦਿਆਂ ਦੀ ਘੱਟ ਸੁਣਦਾ ਵਾ ਤੇ ਆਪਣੇ ਯਾਰਾਂ ਦੋਸਤਾਂ ਦੀ ਜ਼ਿਆਦਾ ਸੁਣਦਾ ਵਾ। ਸੋ ਉਹਨਾਂ ਨੌਜਵਾਨਾਂ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਕਿ ਤੁਸੀਂ ਹਾਲ ਦੇਖਦੇ ਹੋ ਕਿ ਇਹ ਰਾਜਾ ਵਾ ਬਟਾਲੇ ਦਾ। ਕਿਸੇ ਟਾਈਮ ਤੇ ਮਾਂ-ਬਾਪ ਨੇ ਨਾਮ ਬੜੇ ਚਾਵਾਂ ਨਾਲ ਰੱਖਿਆ ਸੀ ਰਾਜਾ, ਕਿ ਮੇਰਾ ਪੁੱਤ ਰਾਜਿਆਂ ਵਾਂਗ ਰਹੇਗਾ, ਪਰ ਉਹ ਰਾਜਿਆਂ ਵਾਂਗ ਹੀ ਰਹਿਣਾ, ਭਿਖਾਰੀਆਂ ਤੋਂ ਵੀ ਬੱਤਰ ਜ਼ਿੰਦਗੀ ਬਤੀਤ ਕਰ ਰਿਹਾ ਵਾ। ਸੋ ਗੱਲਬਾਤ ਕਰ ਲੈਂਦੇ ਹੋਰ ਵੀ ਲੋਕ ਨੇ ਸਾਡੇ ਨਾਲ ਮਹੱਲੇ ਦੇ, ਕਿ ਕਿਸ ਤਰ੍ਹਾਂ ਵੇਖਦੇ ਹੋ ਭਾਜੀ, ਇਹਨਾਂ ਦੇ ਹਾਲਾਤ ਕਿੱਦਾਂ ਦੇ ਨੇ, ਥੋੜਾ ਜਿਹਾ ਦੱਸਿਓ। ਹਾਲਾਤ ਤੇ ਭਾਜੀ ਬਹੁਤ ਮਾੜੇ ਆ। ਇਹਨਾਂ ਦੇ ਭੈਣਾਂ ਵਾ ਦੋਨੇ ਹੈਗੀਆਂ, ਦੋਨੇ ਇਹਨਾਂ ਨੂੰ ਪੁੱਛਦੀਆਂ ਨਹੀਂ ਆ। ਅਸੀਂ ਬੜੇ ਤਰਲੇ ਮਾਰੇ ਵਿਚਾਰਿਆਂ ਨੂੰ, ਘਰ ਵਾੜ ਲਓ, ਨਾ ਘਰ ਵਾੜਦੇ, ਨਾ ਇਹਨਾਂ ਵਿਚਾਰਿਆਂ ਨੂੰ ਪੁੱਛਦੀ ਆ ਕੋਈ ਵੀ। ਅਸੀਂ ਦੇਖੋ ਮੰਗ ਕਰਨੇ, ਇਹਨਾਂ ਦਾ ਵਿਚਾਰੇ ਗਰੀਬ ਆਦਮੀ, ਇਹਨਾਂ ਦਾ ਇਲਾਜ ਹੋ ਜੇ ਵਿਚਾਰਿਆਂ ਦਾ, ਤੇ ਠੀਕ ਹੋ ਜੇ ਦੀ ਲੱਤ ਠੀਕ ਹੋ ਜੇ, ਵਿਚਾਰੇ ਆਪਣੇ ਕੰਮ ਕਮਾਈ ਕਰਕੇ ਆਪਣੇ ਮਾਂ ਪਿਓ ਦੀ ਸੇਵਾ ਕਰੇ, ਰੋਟੀ ਪਾਣੀ ਖਵਾ ਲੈਣ ਕਰਨਗੇ। ਬਿਲਕੁਲ, ਉਹਦੀ ਵੀ ਇੱਕੋ ਹੀ ਮੰਗ ਆ ਕਿ ਦਰਸ਼ਕਾਂ ਨੂੰ ਕਿ ਮੇਰਾ ਇਲਾਜ ਹੋ ਜੇ ਕਿਸੇ ਤਰ੍ਹਾਂ, ਕਿ ਮੈਂ ਜਿਹੜਾ ਆਪਣੀ ਕਮਾਈ ਕਰਕੇ ਆਪਣੀ ਮਾਂ ਦੀ ਸੇਵਾ ਕਰ ਸਕਾਂ ਹੁਣ, ਕਿਉਂਕਿ ਪਛਤਾ ਰਿਹਾ ਹੁਣ। ਹਾਂਜੀ, ਬਹੁਤ ਜ਼ਿਆਦਾ ਵਿਚਾਰੇ ਦੁਖੀ ਹੈ ਇੱਥੇ, ਨਾ ਵਿਚਾਰਿਆਂ ਨੂੰ ਕੋਈ ਰੋਟੀ ਆ, ਨਾ ਕੋਈ ਪਾਣੀ, ਨਾ ਬਾਹਰ ਛੱਤ ਵਾ। ਮੀਂਹ ਅੱਜ ਤੇ ਕਿੱਥੇ ਜਾਣਗੇ ਵਿਚਾਰੇ, ਬਹੁਤ ਮਾੜਾ ਹਾਲ ਵਾ ਜੀ। ਦੇਖੋ ਮੰਗ ਕਰਨੇ ਆ ਵੀ ਇੱਕ ਤਾਂ ਵਿਚਾਰੇ ਦਾ ਨਸ਼ਾ ਜਿਹੜਾ ਛੁੱਟ ਜੇ, ਇਲਾਜ ਹੋ ਜੇ। ਸਰਕਾਰੀ ਡਾਕਟਰ ਗਏ ਸੀ ਜੋਲ ਕੋ, ਉੱਥੇ ਵੀ ਗੁੱਗੂ ਦੇ ਉਹਨਾਂ ਨੇ 2 ਲੱਖ ਰੁਪਈਆ ਮੰਗਿਆ, ਨਾ ਇਹਨਾਂ ਕੋਲ ਵਿਚਾਰਿਆਂ ਕੋਲ ਪੈਸੇ ਆ, ਉੱਥੋਂ ਵੀ ਇਲਾਜ ਵਿਚਾਰੇ ਵਾਪਸ ਆ ਗਏ ਆ। ਅੱਜ 4-5 ਮਹੀਨੇ ਹੋ ਗਏ ਵਿਚਾਰਿਆਂ ਨੂੰ ਇਸ ਤਰ੍ਹਾਂ ਤੜਫਦੇ ਪਏ ਆ। ਅਸੀਂ ਦੇਖੋ ਮੰਗ ਕਰਨੇ ਵੀ ਕੋਈ ਨਾ ਕੋਈ ਵਿਚਾਰਾ ਇਹਨਾਂ ਦੀ ਮਦਦ ਕਰਦੇ, ਇਹਨਾਂ ਨੂੰ ਠੀਕ ਹੋ ਜਾਣ ਵਿਚਾਰਾ। ਐਡਰੈਸ ਦੱਸ ਦਿਓ ਕੀ ਹੈ ਪ੍ਰੋਪਰ ਇੱਥੋਂ ਦਾ ਏਰੀਆ? ਹਾਥੀ ਗੇਟ ਆਊਟਸਾਈਡ ਭੱਠਾ। ਬਿਲਕੁਲ ਜੀ, ਬਟਾਲੇ ਇਲਾਕੇ ਦੇ ਵਿੱਚ ਹਾਥੀ ਗੇਟ ਇਲਾਕਾ ਵਾ, ਉੱਥੇ ਭੱਠੇ ਵਾਲੀ ਗਲੀ ਕਿਹਾ ਜਾਂਦਾ ਵਾ। ਉੱਥੇ ਇਹ ਰਹਿੰਦੇ ਨੇ ਜਿਹੜੇ, ਇੱਕ ਗਲੀ ਦੇ ਵਿੱਚ ਇਹਨਾਂ ਨੇ ਆਪਣਾ ਬਸੇਰਾ ਬਣਾਇਆ ਵਾ।
ਗਲੀ ਦੇ ਵਿੱਚ ਖੁੱਲੇ ਆਸਮਾਨ ਦੇ ਥੱਲੇ ਮਾਂ ਪੁੱਤ ਰਹਿੰਦੇ ਨੇ ਅਤੇ ਉਸੇ ਤਰ੍ਹਾਂ ਆਪਣਾ ਗੁਜ਼ਾਰਾ ਕਰਦੇ ਆ। ਮਾਂ ਕਿਤੇ ਦਰਗਾਹ ਤੇ ਜਾ ਕੇ ਕੁਝ ਆਪੇ ਵੀ ਖਾਂਦੀ ਆ ਤੇ ਆਪਣੇ ਪੁੱਤ ਲਈ ਵੀ ਲੈਂਦੀ ਆ, ਪਰ ਮਾਂ ਨੂੰ ਕਿਤੇ ਨਾ ਕਿਤੇ ਉਸ ਪੁੱਤ ਦਾ ਜ਼ਰੂਰ ਫਿਕਰ ਆ ਜੇ ਵੀ ਕਿ ਮੇਰਾ ਪੁੱਤ ਰਾਤ ਭੁੱਖਾ ਨਾ ਸੋਵੇ, ਰੋਟੀ ਖਾ ਕੇ ਹੀ ਸੋਵੇ। ਆਪੇ ਭਾਵੇਂ ਆਪਣੇ ਪੇਟ 'ਚ ਪਾਏ ਰੋਟੀ ਨਾ ਪਾਏ ਦਰਗਾਹ ਤੇ ਜਾ ਕੇ, ਪਰ ਆਪਣੇ ਪੁੱਤ ਲਈ ਵਾਪਸ ਜ਼ਰੂਰ ਰੋਟੀ ਲੈ ਕੇ ਘਰ ਆਂਦੀ ਹੈ ਕਿ ਮੇਰਾ ਪੁੱਤ ਮੰਜੇ ਤੇ ਪਿਆ ਘਰ, ਉਹ ਕਿਤੇ ਨਹੀਂ ਜਾ ਸਕਦਾ ਅਤੇ ਰੋਟੀ ਖਾ ਕੇ ਹੀ ਸੋਵੇਂ। ਸੋ ਅਸੀਂ ਵੀ ਉਹਨਾਂ ਨੌਜਵਾਨਾਂ ਨੂੰ ਅਪੀਲ ਕਰਦੇ ਹਾਂ ਜੋ ਅਜਿਹੀ ਨਸ਼ੇ ਵਰਗੀ ਕੋੜ ਬਿਮਾਰੀ ਦੇ ਵਿੱਚ ਜਕੜੇ ਹੋਏ ਨੇ ਅਤੇ ਆਪਣੇ ਘਰਦਿਆਂ ਦੀ ਪਰਵਾਹ ਨਹੀਂ ਕਰਦੇ, ਅਤੇ ਜਦੋਂ ਘਰ ਦੇ ਸਮਝਾਉਂਦੇ ਆ ਉਦੋਂ ਉਸ ਚੀਜ਼ਾਂ ਨੂੰ ਨਹੀਂ ਸਮਝਦੇ। ਉਦੋਂ ਸਿਰਫ ਤਾਂ ਸਿਰਫ ਦਿਮਾਗ ਦੇ ਉੱਤੇ ਇੱਕ ਹੀ ਗੱਲ ਹੁੰਦੀ ਹੈ ਕਿ ਅਸੀਂ ਨਸ਼ਾ ਕਰਨਾ ਵਾ, ਪਰ ਇਹ ਹਾਲਾਤ ਬਣਦੇ ਨੇ ਨਸ਼ਾ ਕਰਕੇ ਜਦੋਂ ਲਾਸਟ ਟਾਈਮ ਤੇ ਅਖੀਰ ਟਾਈਮ ਤੇ ਜਦੋਂ ਅੱਤ ਹੋ ਜਾਂਦੀ ਆ। ਅੱਤ ਖੁਦਾ ਦਾ ਵੈਰ ਹੁੰਦਾ ਵਾ ਕਿਹਾ ਜਾਂਦਾ ਵਾ। ਸੋ ਇਸੇ ਤਰ੍ਹਾਂ ਇਸ ਨੌਜਵਾਨ ਰਾਜੇ ਨਾਲ ਹੋਇਆ ਵਾ ਕਿ ਅੱਤ ਖੁਦਾ ਦਾ ਵੈਰ, ਨਸ਼ਾ ਕੀਤਾ ਸੀ, ਓਵਰਡੋਜ਼ ਲਈ ਸੀ, ਪਰ ਕਿਤੇ ਨਾ ਕਿਤੇ ਜਾਨ ਤਾਂ ਬਚ ਗਈ ਹੈ, ਪਰ ਅੱਜ ਮੰਜੀ ਤੇ ਤੜਫ ਰਿਹਾ ਵਾ। ਕਹਿੰਦਾ ਵਾ ਮੇਰਾ ਕਿਤੇ ਨਾ ਕਿਤੇ ਕੋਈ ਨਾ ਕੋਈ ਆਣ ਕੇ ਮਸੀਹਾ ਬਣੇ, ਮੇਰਾ ਇਲਾਜ ਜ਼ਰੂਰ ਕਰਵਾ ਦਿਓ। ਸੋ ਕੈਮਰਾਮੈਨ ਜਸਵਿੰਦਰ ਬੇਦੀ ਨਾਲ ਜਤਿੰਦਰ ਕੁੰਡਲ, ਗੁਰਦਾਸਪੁਰ।